ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਸੀ ਸਾਂਝ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅਡੋਲ ਸੱਚ ਦਾ ਅਡੋਲ ਸਾਥੀ ਆਪਸੀ ਸਾਂਝ ਟੀਵੀ, ਹੱਕ ਅਤੇ ਸੱਚ ਦੀ ਆਵਾਜ਼ ਚੱਕਣ ਵਾਲਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਇੱਕ ਨਵਾਂ ਮੁੱਦਾ ਜਿਹੜਾ ਕਿ ਪੂਰੇ ਭਾਰਤ ਦੇਸ਼ ਦੇ ਵਿੱਚ ਭਖਿਆ ਹੋਇਆ ਹੈ, ਹਰ ਕੋਈ ਸੰਜੀਦਾ ਹੈ ਉਸ ਮੁੱਦੇ ਨੂੰ ਲੈ ਕੇ। ਉਹ ਹੈ ਸਾਂਝਾ ਸਿਵਲ ਕੋਡ, ਯਾਨੀ ਕਿ UCC, ਯੂਨੀਫਾਰਮ ਸਿਵਲ ਕੋਡ। ਇਹਦੇ ਉੱਤੇ ਅਸੀਂ ਜੋ ਜਿੰਨੀ ਵੀ ਗੱਲ ਕਰ ਲਈਏ ਉਹ ਘੱਟ ਹੈ, ਕਿਉਂਕਿ ਸਾਨੂੰ ਸਮਾਂ ਬਹੁਤ ਘੱਟ ਦਿੱਤਾ ਗਿਆ। ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਇਸ ਦੀਆਂ ਕੁਝ ਗੱਲਾਂ ਨੂੰ ਜਿਹੜਾ ਹੈ ਤੁਹਾਡੇ ਸਾਹਮਣੇ ਰੱਖਣ ਦੀ। ਇਹਦੇ ਵਾਸਤੇ ਅਸੀਂ ਅੱਜ ਪਹੁੰਚੇ ਹਾਂ ਸਰਦਾਰ ਦਵਿੰਦਰ ਸਿੰਘ ਜੀ ਬਹਿਲ, ਐਡਵੋਕੇਟ ਹਨ। ਇਹਨਾਂ ਦੇ ਨਾਲ ਅਸੀਂ ਜਿਹੜੀ ਹੈ ਉਹ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਓ ਇਹਨਾਂ ਦਾ ਸਵਾਗਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਵਾਗਤ ਹੈ ਆਪਸੀ ਸਾਂਝ ਟੀਵੀ ਤੇ। ਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਇੱਕ ਮੁੱਦਾ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਦੇ, ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੋਂ ਬਾਅਦ ਇੱਕ ਬੜਾ ਭਖਿਆ ਹੋਇਆ ਹੈ। ਸਾਰੇ ਪਾਸੇ ਇੱਕ ਇਹਦੇ ਬਾਰੇ 'ਚ ਸੋਚ ਵਿਚਾਰ ਚੱਲ ਰਹੀ ਹੈ। ਉਹ ਹੈ ਯੂਨੀਫਾਰਮ ਸਿਵਲ ਕੋਡ। ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਅਸੀਂ ਦਰਸ਼ਕਾਂ ਨੂੰ ਇਹ ਦੱਸ ਲਈਏ ਕਿ ਆਖਰ ਯੂਨੀਫਾਰਮ ਸਿਵਲ ਕੋਡ ਹੈ ਕੀ। ਦੇਖिए जी, ये यूनीफॉर्म सिविल कोड है। ਇਹਦੇ ਜਿਹੜਾ ਇਹ ਸਿਵਲ ਦੇ ਵਿੱਚ ਇਹਨਾਂ ਨੇ ਇਕੁਅਲ ਰਾਈਟ ਵਾਸਤੇ ਇਹਨਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਇੱਕ ਹੀ ਕਾਨੂੰਨ ਲਾਗੂ ਹੋਏਗਾ, ਪੂਰੇ ਲੋਕਾਂ ਨੂੰ ਰਾਈਟ ਦਿੱਤੇ ਜਾਣਗੇ। ਇਸ ਦੇਸ਼ ਦੇ ਵਿੱਚ ਅਲੱਗ-ਅਲੱਗ ਮਜ਼ਹਬਾਂ ਦੇ ਲੋਕ ਰਹਿੰਦੇ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ। ਤੇ ਹੁਣ ਪ੍ਰਧਾਨ ਮੰਤਰੀ ਜੀ ਨੇ ਜਿਸ ਤਰ੍ਹਾਂ ਕਿਹਾ ਕਿ ਅਸੀਂ ਇਸ ਨੂੰ ਲਾਗੂ ਕਰਾਂਗੇ, ਪਰ ਪ੍ਰਧਾਨ ਮੰਤਰੀ ਜੀ ਨੇ ਕੋਈ ਪ੍ਰਪੋਜ਼ਲ ਨਹੀਂ ਦਿੱਤਾ ਹੈ। ਪ੍ਰਧਾਨ ਮੰਤਰੀ ਜੀ ਨੇ ਇਹ ਤੇ ਗੱਲ ਕੀਤੀ ਹੈ ਪੂਰੇ ਮੁਲਕ ਤੇ ਅੱਗੇ ਕਿ ਅਸੀਂ ਇਸ ਨੂੰ ਯੂਨੀਫਾਰਮ ਨੂੰ ਜਿਹੜਾ ਇਹ ਲਾਗੂ ਕਰਾਂਗੇ, ਪਰ किस चीज़ों से यूनीफॉर्म होएगा, किन चीज़ों तो वो सिविल सहमति चाहते। ठीक है, प्रधानमंत्री जी ने ये नहीं किया कि किन चीज़ों तो वो सहमति चाहते। क्या प्रधानमंत्री जी ये दस सकते हैं देश को कि वो कोई चीज़ ले आ रहे हैं और ਇਸ ਦੇ ਵਿੱਚ ਕਿੰਨਾ ਜਿਹੜੇ ਮਜ਼ਹਬਾਂ ਦੇ ਵਿੱਚ ਜਿਹੜੇ ਲੋਕ ਹਨ ਉਹਨਾਂ ਦੇ ਵਿੱਚ ਅਜੇ ਤੱਕ ਆਸ਼ੰਕਾ ਪਈ ਦੀ ਹੈ ਕਿ ਅਸੀਂ ਜਿਹੜਾ ਇਹ ਨਵਾਂ ਕਾਨੂੰਨ ਆ ਰਿਹਾ ਇਸ ਦੇ ਵਿੱਚ ਅਸੀਂ ਕੀ ਕਰੀਏਗੇ, ਕੀ ਨਹੀਂ ਕਰਾਂਗੇ। ਕਿਆ ਪ੍ਰਧਾਨ ਮੰਤਰੀ ਜੀ ਅਡਾਪਸ਼ਨ ਲਾਗੂ ਕਰਨਾ ਚਾਹੁੰਦੇ ਹਨ? ਕਿਆ ਪ੍ਰਧਾਨ ਮੰਤਰੀ ਜੀ ਜਿਹੜੇ ਕਸਟਮ ਹਨ ਉਹ ਖਤਮ ਕਰਨਾ ਚਾਹੁੰਦੇ ਹਨ? ताकि प्रधानमंत्री जी पहले ये तो दसन कि उन्होंने प्रपोजल। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਪਹਿਲਾਂ ਕੋਈ ਨਾ ਕੋਈ ਖਾਕਾ ਜਾਂ ਕੋਈ ਬਲੂ ਪ੍ਰਿੰਟ ਜਿਹੜਾ ਹੈ ਉਹ ਆਪਣਾ ਜਿਹੜਾ ਪਬਲਿਕ ਦੇ ਸਾਹਮਣੇ ਰੱਖਿਆ ਜਾਏ, ਫਿਰ ਅਲੱਗ-ਅਲੱਗ ਕਮਿਊਨਿਟੀਜ਼ ਨੂੰ ਕਿਹਾ ਜਾਏ ਕਿ ਤੁਸੀਂ ਹੁਣ ਇਹਦੇ ਉੱਤੇ ਸੁਝਾਅ ਦਿਓ। ਇਹਨਾਂ ਨੇ ਤੁਹਾਡੇ ਕਹਿਣ ਦਾ ਮਤਲਬ ਕਿ ਇਹਨਾਂ ਨੇ ਕੁਝ ਉਲਟਾ ਕੀਤਾ ਹੈ ਕਿ ਪਹਿਲਾਂ ਸੁਝਾਅ ਮੰਗ ਲੈਣ ਤੇ ਖਾਕਾ ਜਿਹੜਾ ਹੈ ਉਹ ਬਾਅਦ ਦੇਖੋ। जब तक ਤੁਸੀਂ ਖਾਕਾ नहीं ਤੁਸੀਂ ਦਿਖਾਓਗੇ, ਸਾਹਮਣੇ ਰੱਖੋਗੇ, तब तक किस ਨੂੰ ਕੀ ਪਤਾ ਚੱਲੇਗਾ। ਅੱਜ ਤੱਕ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਬਹਿਸ ਦਾ ਮੁੱਦਾ ਬਣ ਗਿਆ UGC, और एक ऐसा बहस का मुद्दा बन गया कि हर बंदा जड़ा है और माइनॉरिटी है जड़ी वो अपने आप की किधरे ना किधरे सेफ नहीं महसूस कर रहे। इस वास्ते सब तो पहला हर मजहब के लोगों को, ठीक है, हर धर्म के लोगों को बुला के वो एक चीज़ जड़ा है कि ये ब्लू प्रिंट दिखान, उन्होंने उसके पर सहमति होए, उस तो बाद किधरे ना किधरे जी ये चीज़ अगे चलती है। ये चीज़ दे विच इस टाइम जड़ा वै गौरमेंट का भी फर्ज बनता है कि कोई भी चीज़ करने तो पहले कम से कम तुसी पूरे लोगों ਦੇ ਵਿੱਚ, ਚਾਹੇ ਮਾਈਨॉरिटी ਵਾਲੇ ਨੇ, ਚਾਹੇ ਤੁਸਾਂ ਦੇ ਜਿਹੜੇ ਹਿੰਦੂ ਹੈ ਧਰਮ ਦੇ ਵਿੱਚ ਹਨ, ਸਿੱਖ ਧਰਮ ਦੇ ਵਿੱਚ ਹਨ, ਕ੍ਰਿਸਚੀਅਨ ਹਨ, ਮੁਸਲਿਮ ਹਨ, ਇਹਨਾਂ ਸਾਰਿਆਂ ਦੇ ਜਿਤਨਾ ਵੀ ਬੁਲਾਇਆ ਜਾਏ ਔਰ ਇਹਨਾਂ ਦੇ ਜਿਹੜਾ ਵਾ ਇਹਨਾਂ ਨੂੰ ਦੱਸਿਆ ਜਾਏ ਕਿ ਇਹ ਅਸੀਂ ਚੀਜ਼ ਲਾਗੂ ਕਰਨੇ ਜਾ ਰਹੇ ਹਾਂ। ਮਤਲਬ ਹੈ ਕਿ ਜਿਹੜੀ ਮਾਈਨॉरिटी ਕਮਿਊਨਿਟੀਜ਼ ਹਨ ਜਾਂ ਕੋਈ ਕੈਟਾਗਰੀਜ਼ ਵਾਲੇ ਹਨ, ਜਿਸ ਤਰ੍ਹਾਂ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ ਵਗੈਰਾ ਹੋ ਗਏ, ਆਦੀਵਾਸੀ ਲੋਕੀ ਹਨ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਡਰ ਹੈ ਕਿ ਕਿਤੇ ਨਾ ਕਿਤੇ ਇਸ ਯੂਨੀਫਾਰਮ ਸਿਵਲ ਕੋਡ ਦੇ ਨਾਲ ਉਹਨਾਂ ਦੇ ਕਲਚਰ, ਉਹਨਾਂ ਦੇ ਟ੍ਰੈਡੀਸ਼ਨ ਦੇ ਉੱਪਰ ਕੋਈ ਅਸਰ ਪਵੇਗਾ। ਦੇਖੋ ਜੀ, ਜਿੱਥੇ ਤੱਕ ਤੁਸੀਂ ਆਦੀਵਾਸੀਆਂ ਦੀ ਗੱਲ ਕੀਤੀ ਹੈ, ਉਹਨਾਂ ਦਾ ਲੈਂਡ ਦਾ ਉਹ ਹੈ, ਉਹਨਾਂ ਦਾ ਆਪਣਾ ਉਹ ਹੈ। ਤੁਸੀਂ ਕਰਨਾਟਕਾ ਦੇ ਵਿੱਚ ਚਲੇ ਜਾਓ, ਉੱਥੇ ਲਹਿੰਗਾਈ ਸਮਾਜ ਦਾ ਉਹਨਾਂ ਦਾ ਆਪਣਾ ਕਸਟਮ ਹੈ। ਤੁਸੀਂ ਸਿੱਖ ਦੇ ਵਿੱਚ ਧਰਮ ਦੇ ਵਿੱਚ ਆ ਜਾਓ, ਅਸੀਂ ਆ ਜਾਈਏ, ਸਾਡਾ ਆਪਣਾ ਕਸਟਮ ਹੈ। ਮੁਸਲਿਮ ਦੇ ਵਿੱਚ ਚੱਲ ਜਾਈਏ, ਉਹਨਾਂ ਦੇ ਆਪਣੇ ਕਸਟਮਸ ਹਨ। ਅਸੀਂ ਸਾਰਿਆਂ ਦੇ ਅਲੱਗ-ਅਲੱਗ ਇੱਕ ਐਸਾ ਗੁਲਦਸਤਾ ਹੈ ਜਿਹਦੇ ਵਿੱਚ ਅਲੱਗ-ਅਲੱਗ ਲੋਕ ਰਹਿੰਦੇ ਨੇ, ਅਲੱਗ-ਅਲੱਗ ਮਜ਼ਹਬਾਂ ਦੇ ਲੋਕ ਰਹਿੰਦੇ ਨੇ ਔਰ ਬੜੇ ਅੱਛੇ ਤਰੀਕੇ ਨਾਲ ਰਹਿੰਦੇ, ਪਿਆਰ ਨਾਲ ਰਹਿੰਦੇ ਨੇ। ਅੱਜ ਜਿਹੜਾ ਕਿ ਇਹ UGC ਦਾ ਜਿਹੜਾ ਇਹ ਮੁੱਦਾ ਉਠਾਇਆ ਜਾ ਰਿਹਾ ਹੈ, ਇਸ ਦੇ ਵਿੱਚ ਜਿਹੜਾ ਇਸ ਮੁੱਦੇ ਦੇ ਵਿੱਚ ਇੱਕ ਪੋਲਿਟਿਕਸ ਨਹੀਂ ਹੋਣੀ ਚਾਹੀਦੀ। अगर इस चीज़ को ये करना चाहते हैं तो एक साफ सुथरे तरीके होना चाहिए। सुप्रीम कोर्ट भी कह रहा है, सुप्रीम कोर्ट ने भी कहा है कि ये जो है ये लागू होना चाहिए। ठीक है,
ਜੋ ਹੈ UGC ਲਾਗੂ ਹੋਣਾ ਚਾਹੀਦਾ ਹੈ। ਆਰਟੀਕਲ 44 ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਇਹ ਲਾਗੂ ਹੋਣਾ ਚਾਹੀਦਾ, ਪਰ ਕਿਨ ਚੀਜ਼ਾਂ ਦੇ ਲਾਗੂ ਹੋਣਾ ਚਾਹੀਦਾ ਇਹ ਨਹੀਂ ਦੱਸਿਆ ਗਿਆ, ਉਹ ਸਪਸ਼ਟ ਨਹੀਂ ਹੈ। ਇਸ ਵਾਸਤੇ ਇਸ ਬਹਿਸ ਦੇ ਉੱਪਰ ਖਾਮਖਾ ਪੈਣਾ ਜਾਂ ਬਹਿਸ ਦੇ ਉੱਪਰ ਅਲੱਗ-ਅਲੱਗ ਮਜ਼ਹਬਾਂ ਦੇ ਜਿਹੜੇ ਵੀ ਅਸੀਂ ਲੋਕ ਹਾਂ ਇਸ ਬਹਿਸ ਦੇ ਉੱਪਰ ਆਉਂਦੇ ਪਏ, ਜਦ ਤੱਕ ਕੋਈ ਖਾਕਾ ਸਾਹਮਣੇ ਨਹੀਂ ਆਉਂਦਾ ਤਦ ਤੱਕ ਕੋਈ ਬਹਿਸ ਦਾ ਮੁੱਦਾ ਨਹੀਂ ਬਣਦਾ। ਲੇਕਿਨ ਕਿਧਰੇ ਨਾ ਕਿਧਰੇ ਇਸ ਦਾ ਖਦਸ਼ਾ ਪੈਦਾ ਹੁੰਦਾ ਹੈ, ਜਿਵੇਂ ਕਿ ਅਸੀਂ ਸਿੱਖ ਕੌਮ ਦੀ, ਮੁਸਲਿਮਸ ਦੀ ਜਾਂ ਈਸਾਈਆਂ ਦੀ ਜਾਂ ਕਿਸੇ ਦੀ ਵੀ ਗੱਲ ਕਰ ਲਈਏ, ਜਿਵੇਂ ਕਿ ਇਹਨਾਂ ਨੇ ਕਿਹਾ ਕਿ ਗੋਆ ਦੇ ਵਿੱਚ ਆਲਰੇਡੀ CCC ਕਰਕੇ ਜਿਹੜਾ ਸਿਵਲ ਕੋਡ ਹੈ ਉਹ ਇੱਕ ਕਾਮਨ ਸਿਵਲ ਕੋਡ ਕਰਕੇ ਉਹ ਲਾਗੂ ਹੈ। ਇਹ ਉਸੇ ਤਰਜ਼ ਤੇ ਕਿਧਰੇ ਲਿਆਉਣਾ ਚਾਹੁੰਦੇ ਨੇ, ਪਰ ਗੋਆ ਦੇ ਵਿੱਚ ਤੁਸੀਂ ਇਹ ਵੀ ਤੇ ਦੇਖ ਸਕਦੇ ਹੋ ਉੱਥੇ ਜਿਹੜਾ ਹੈ ਕਿ 2 ਮੈਰਿजेस ਦਾ ਉਹ ਹੈ। क्या वो 2 ਮੈਰਿजेस ਦੇ ਕੇਸ ਇਸ ਪ੍ਰਪੋਜ਼ਲ ਇਸ ਦੇ ਵਿੱਚ ਲਿਆਣਗੇ? ਹੁਣ ਤੁਸੀਂ ਦੇਖ ਲਓ ਕਿ ਕਿਉਂਕਿ ਆਮ ਤੌਰ ਤੇ ਜਿਹੜੇ ਰੂਲਿੰਗ ਪਾਰਟੀ ਦੇ ਜਿਹੜੇ ਨੇਤਾ ਹਨ ਉਹਨਾਂ ਦੀਆਂ ਇਹੀ ਐਗਜ਼ਾਮਪਲਸ ਨੇ ਕਿ ਗੋਆ ਦੇ ਵਿੱਚ ਲਾਗੂ ਹੈ ਤੇ ਨਹੀਂ ਗੋਆ ਦੇ ਵਿੱਚ ਜੋ ਗੋਆ ਦੇ ਵਿੱਚ ਕ੍ਰਿਸਚੀਅਨਸ ਇਸ ਦੇ ਵਿੱਚ ਨਹੀਂ ਹਨ ਜੀ, ਬਿਲਕੁਲ ਨਹੀਂ। ਉਸ ਦੇ ਵਿੱਚ ਦੂਸਰੀ ਚੀਜ਼ ਇਹ ਹੈ ਸਭ ਤੋਂ ਵੱਡੀ ਕਿ ਜਿਹੜਾ ਗੋਆ ਵਾਲਾ ਹੈ, ਤੁਸੀਂ ਉਸ ਗੋਆ ਵਾਲੇ ਦੇ ਵਿੱਚ ਦੇਖੋ ਕਿ ਹਿੰਦੂ ਮੈਰਿਜ ਐਕਟ ਕੀ ਕਹਿੰਦਾ, ਠੀਕ ਹੈ, ਹਿੰਦੂ ਮੈਰਿਜ ਐਕਟ ਦੇ ਵਿੱਚ ਕਿ ਇੱਕ ਸ਼ਾਦੀ ਕਰ ਸਕਦੇ ਹੋ, ਦੂਜੀ ਨਹੀਂ ਕਰ ਸਕਦੇ, ਪਰ ਉੱਥੇ 2 ਕਰ ਸਕਦੇ ਹੋ ਤੁਸੀਂ ਗੋਆ ਦੇ ਵਿੱਚ। ਇਸ ਵਾਸਤੇ ਜਿਹੜਾ ਮੁਸਲਿਮ ਜਿਹੜਾ ਪਰਸਨਲ ਵੋਟ ਹੈ, ਇਹਨਾਂ ਦੇ ਆਪਣੇ ਹੋਣ ਅਦਾਰੇ, ਇਹਨਾਂ ਦਾ ਆਪਣਾ ਰਾਈਟਸ ਹੈ, ਇਹਨਾਂ ਦਾ ਆਪਣਾ ਹੱਕ ਹੈ। ਇਸ ਤਰ੍ਹਾਂ ਹੀ ਹੁਣ ਅਸੀਂ ਸਾਡਾ ਨਵਾਂ ਬਣਿਆ ਸੀ ਜਿਹੜਾ ਆਨੰਦ ਕਾਰਜ ਦਾ ਮੈਰਿਜ ਐਕਟ ਦਾ, ਜਿਹੜਾ ਕਿ ਅਸੀਂ 47 ਤੋਂ ਮੰਗ ਸੀ, ਆਸ ਸੀ ਸਾਡੀ, ਔਰ ਇਸ ਨੂੰ ਸੋਚ ਰਹੇ ਸੀ ਕਿ ਭਾਈ ਹੁਣ ਲਾਗੂ ਹੋ ਜਾਏਗਾ ਸਾਰੀ ਸਟੇਟਾਂ ਦੇ ਵਿੱਚ, ਪਰ ਉਹ ਵੀ ਅੱਜ ਦੇ ਵਿੱਚ ਉਹ ਵੀ ਲੱਗ ਰਿਹਾ ਕਿਤੇ ਨਾ ਕਿਤੇ ਸਿੱਖਾਂ ਨੂੰ ਵੀ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਇਹ ਆਨੰਦ ਮੈਰਿਜ ਐਕਟ ਜਿਹੜਾ ਲਾਗੂ ਹੋਣ ਤੋਂ ਪਹਿਲਾਂ ਹੀ ਇਹ ਖਤਮ ਕਰਨ ਦੀ ਸਾਜ਼ਿਸ਼ ਸ਼ੁਰੂ ਹੋ ਗਈ ਹੈ। ਦੇਖਿਆ ਨਾ, ਇਹ ਤੇ ਅੱਜ ਖਤਮ ਨਾਲ ਹੀ ਕਗਾਰ ਦੇ ਆਗੇ ਖੜੇ ਹੋ ਗਏ ਆ। ਜਿਹੜੀ ਸਾਡੇ 47 ਤੋਂ ਲੈ ਕੇ ਅੱਜ ਤੱਕ ਸਾਡਾ ਇੱਕ ਅਸੀਂ ਡਿਮਾਂਡ ਕਰਦੇ ਸਾਂ, ਉਹ ਚੀਜ਼ ਅੱਜ ਆ ਕੇ ਬਸ ਉਸ 'ਚ ਖਤਮ ਹੋ ਗਈ ਹੈ, ਕਿਉਂਕਿ ਕੱਲ ਜਿਹੜੇ ਯੂਨੀਫਾਰਮ ਸਿਵਲ ਕੋਡ ਲਾਗੂ ਹੋਏਗਾ ਉਹ ਇੱਕ ਸਿਸਟਮ ਲੈ ਆਏਗੇ, ਜਿਹੜੇ ਉਸ ਸਿਸਟਮ ਤੇ ਆਣਗੇ ਤਾਂ ਸਾਰੇ ਇੱਕ ਤੇ ਆਣਗੇ। ਇਸ ਵਾਸਤੇ ਇਹ ਹੈ ਕਿ ਇਸ ਦੇ ਵਿੱਚ ਅਲੱਗ-ਅਲੱਗ ਮਜ਼ਹਬਾਂ ਦੇ ਲੋਕ ਰਹਿੰਦੇ ਨੇ, ਇੱਥੇ ਸਿੱਖ ਹੈ, ਮੁਸਲਮਾਨ ਹੈ, ਦਲਿਤ ਹੈ, ਔਰ ਹਰ ਬੰਦੇ ਦਾ ਆਪਣਾ ਕਸਟਮ ਹੈ, ਆਪਣਾ ਰੀਤੀ ਰਿਵਾਜ ਹੈ, ਔਰ ਉਹ ਆਪਣੇ ਢੰਗ ਨਾਲ ਚੱਲਦਾ ਹੈ। ਇਸ ਵਾਸਤੇ ਜਦ ਤੱਕ ਇਹਨਾਂ तमाम ਅਦਾਰਿਆਂ ਨਾਲ ਗੱਲ ਨਹੀਂ ਕੀਤੀ ਜਾ ਸਕਦੀ ਤਦ ਤੱਕ ਇਹ ਜਿਹੜਾ ਹੈ ਇਹ ਲੋਕਾਂ ਦੇ ਧਰਮ ਦੇ ਅਗੇਂਸਟ ਹੈ। ਇਹ ਚੀਜ਼ ਗੱਲ ਤੇ ਫਿਰ ਉੱਥੇ ਹੀ ਆ ਗਈ, ਉਹਨਾਂ ਲੋਕਾਂ ਦੇ ਨਾਲ ਤਾਂ ਗੱਲ, ਉਹਨਾਂ ਕਮਿਊਨਿਟੀਜ਼ ਨਾਲ ਤਾਂ ਗੱਲ ਤਾਂ ਹੀ ਕੀਤੀ ਜਾਏਗੀ ਨਾ ਜਦ ਤੱਕ ਕੋਈ ਖਾਕਾ ਜਾਂ ਕੋਈ ਬਲੂਪ੍ਰਿੰਟ ਇਸ ਦਾ ਆਰਟੀਕਲ ਦਾ ਤਿਆਰ ਹੋ ਕੇ ਸਾਹਮਣੇ ਨਹੀਂ ਆਉਂਦਾ। ਦੇਖੋ ਜੀ, ਇਹ ਮੈਂ ਤੁਹਾਡੀ ਗੱਲ ਤੋਂ ਬਿਲਕੁਲ ਸਹਿਮਤ ਹਾਂ। ਇਸ ਦਾ ਇਹ ਹੈ ਕਿ ਇਸ ਟਾਈਮ ਗਵਰਨਮੈਂਟ ਨੇ ਇਹ ਕੋਈ ਪ੍ਰਪੋਜ਼ਲ ਨਹੀਂ ਦਿੱਤਾ, ਪਰ ਗਵਰਨਮੈਂਟ ਨੇ ਇਹ ਚੀਜ਼ ਹਵਾ ਦੇ ਵਿੱਚ ਸੁੱਟ ਦਿੱਤੀ ਹੈ, ਔਰ ਉਹ ਹਵਾ ਦੇ ਵਿੱਚ ਗਵਰਨਮੈਂਟ ਨੇ ਸੁੱਟ ਕੇ ਇਹ ਦੇਖਿਆ ਕਿ ਕਿਆ ਅਪੋਜੀਸ਼ਨ ਵਾਲੇ, ਕਿਆ ਧਾਰਮਿਕ ਲੋਕ, ਕਿਆ ਜਿਹੜੇ ਅਦਾਰੇ ਨੇ, ਉਹ ਇਸ ਦਾ ਕੀ ਰਿਐਕਸ਼ਨ ਆਉਂਦਾ। ਕਿਉਂਕਿ ਤੁਸੀਂ ਇਸ ਚੀਜ਼ ਨੂੰ 2024 ਦੇ ਇਲੈਕਸ਼ਨਾਂ ਨੂੰ ਵੀ ਜੋੜ ਕੇ ਦੇਖ ਸਕਦੇ ਹੋ, ਠੀਕ ਹੈ। ਗਵਰਨਮੈਂਟ ਦਾ ਇਹ ਹੋਇਆ ਕਿ ਭਾਈ ਅਸੀਂ ਇਸ ਸੈਸ਼ਨ ਦੇ ਵਿੱਚ ਜਿਹੜਾ ਅਗਲਾ ਆ ਰਿਹਾ ਅਸੀਂ ਪਾਸ ਕਰਵਾ ਲਈਏ, ਠੀਕ ਹੈ, ਪਰ ਜਦ ਤੱਕ ਉਹ ਕੋਈ ਪ੍ਰਪੋਜ਼ਲ ਨਹੀਂ ਦਿੰਦੇ ਤਦ ਤੱਕ ਨਹੀਂ ਕਿਤੇ ਨਾ ਕਿਤੇ ਇੰਨੀ ਕਾਲੀ ਕਿਉਂ? ਦੇਖਿए 2024 ਦੇ ਇਲੈਕਸ਼ਨ ਹਨ, 2024 ਦੇ ਇਲੈਕਸ਼ਨਾਂ ਤੋਂ ਪਹਿਲਾਂ ਗਵਰਨਮੈਂਟ ਨੂੰ ਪਤਾ ਹੈ ਕਿ ਇਹ ਮੁੱਦਾ ਜਿਹੜਾ ਕਿਉਂਕਿ ਜਿਹੜੀ ਅਪੋਜੀਸ਼ਨ ਹੈ ਉਹਦੇ ਵਿੱਚ ਚਾਹੇ ਉਹ ਮਿਨੋਰਿਟੀ ਦੇ ਹੱਕ ਦੇ ਵਿੱਚ ਬੋਲੇਗੀ, ਚਾਹੇ ਉਹ ਸਿੱਖਾਂ ਦੇ ਹੱਕ 'ਚ ਬੋਲੇ, ਚਾਹੇ ਉਹ ਮੁਸਲਿਮ ਦੇ ਹੱਕ 'ਤੇ ਬੋਲੇ, ਚਾਹੇ ਉਹ ਕ੍ਰਿਸਚਨ ਦੇ ਹੱਕ 'ਤੇ ਬੋਲੇ, ਠੀਕ ਹੈ, ਪਰ ਕੁਝ ਚੀਜ਼ਾਂ ਦੇ ਵਿੱਚ ਗਵਰਨਮੈਂਟ ਨੂੰ ਪਤਾ ਕਿ ਇਸ ਦੇ 'ਚ ਅਸੀਂ ਪੋਲਿਟਿਕਸ ਬੜੀ ਆਸਾਨੀ ਨਾਲ ਕਰ ਸਕਦੇ ਹਾਂ। ਜਦ ਮਜ਼ਹਬ ਦੀ ਗੱਲ ਆਉਂਦੀ ਹੈ ਫਿਰ ਪੋਲਿਟਿਕਸ ਵੀ ਆਸਾਨੀ ਨਾਲ ਹੁੰਦੀ ਹੈ। ਕਿਧਰੇ ਨਾ ਕਿਧਰੇ ਐਸਾ ਨਹੀਂ ਹੈ, ਜਿਸ ਤਰ੍ਹਾਂ ਤੁਸੀਂ ਆਨੰਦ ਮੈਰਿਜ ਐਕਟ ਦੀ ਗੱਲ ਕੀਤੀ, ਕਿਉਂਕਿ ਆਨੰਦ ਮੈਰਿਜ ਐਕਟ ਸਾਡੇ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ, ਸਾਡੇ ਸਿੱਖ ਧਰਮ ਦੇ ਨਾਲ ਸਾਡੇ ਕਕਾਰ ਵੀ ਸੰਬੰਧਿਤ ਹਨ, ਸਾਡਾ ਵੇਸ਼-ਭੂਸ਼ਾ ਅਲੱਗ ਹੈ, ਸਾਡੀ ਦਸਤਾਰ ਦਾ ਮਾਮਲਾ ਆ ਜਾਂਦਾ ਹੈ, ਕਕਾਰਾਂ ਦਾ ਮਾਮਲਾ ਆ ਜਾਂਦਾ, ਜਿਸ ਲਈ ਯੂਨੀਫਾਰਮ ਸਿਵਲ ਕੋਡ ਬਣ ਗਿਆ ਤੇ ਆਰਟੀਕਲ 25 ਤੋਂ ਲੈ ਕੇ 28 ਤੱਕ ਦੇ ਇਹੀ ਹੈ ਤੱਕ ਦਾ ਜਿਹੜਾ ਸਾਡਾ ਰਿਲੀਜੀਅਸ ਫਰੀडम ਹੈ ਉਹਦੇ ਤੇ ਅਸਰ ਨਹੀਂ ਪਏਗਾ। ਬਿਲਕੁਲ, ਦੇਖੋ ਜਿਹੜਾ 25, 26, 27 ਹੈ ਇਹ ਸਾਨੂੰ ਜਿਹੜਾ ਰਿਲੀਜੀਅਸ ਫਰੀडम ਹੈ ਸਾਡੇ ਵਾਸਤੇ, ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਜਿਹੜਾ ਵੀ ਹੈ ਆਪਣਾ ਸਿੱਖ ਧਰਮ ਦੇ ਵਿੱਚ ਜੋ ਵੀ ਸਾਡੇ ਚੀਜ਼ਾਂ ਉਹ ਅਸੀਂ ਖੁੱਲ੍ਹ ਕੇ ਕਰ ਸਕਦੇ ਹਾਂ, ਪਰ ਜਿਹੜੇ ਇਹ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜਾਏਗਾ ਤਦ ਤੱਕ ਉਹ ਸਾਨੂੰ ਕੋਈ ਨਵੀਆਂ ਪਾਬੰਦੀਆਂ ਆਉਣਗੀਆਂ, ਕੀ ਆਏਗਾ ਕੀ ਨਹੀਂ ਆਏਗਾ। ਇਸ ਵਾਸਤੇ ਸਾਨੂੰ ਵੀ ਡਰ ਹੈ, ਆਸ਼ੰਕਾ ਹੈ ਕਿ ਜਿਹੜਾ ਨਵਾਂ ਯੂਨੀਫਾਰਮ ਸਿਵਲ ਕੋਡ ਦੇ ਵਿੱਚ ਕੀ ਆਏਗਾ ਉਹ ਸਾਡੇ ਧਰਮ ਵਾਸਤੇ ਵੀ ਔਰ ਹੋਰਾਂ ਧਰਮ ਵਾਸਤੇ ਵੀ, ਚਾਹੇ ਉਹ ਮੁਸਲਿਮ ਹੋਏ। ਹੁਣ ਇੱਕ ਥੋੜੇ ਦਿਨ ਪਹਿਲਾਂ ਇੱਕ ਬੜਾ ਵੱਡਾ ਇੱਕ ਕੇਸ ਹੋਇਆ ਸੀ ਮਹਾਰਾਸ਼ਟਰ ਵਿੱਚ ਕਿ ਇੱਕ ਛੋਟੀ ਜਾਤ ਦੇ ਬੰਦੇ ਦੇ ਉੱਤੇ ਇੱਕ ਵੱਡੀ ਸਵਰਨ ਜਾਤੀ ਦੇ ਕਿਸੇ ਬੰਦੇ ਨੇ ਜਿਹੜਾ ਹੈ ਉਹ ਪਿਸ਼ਾਬ ਕੀਤਾ, ਬੜਾ ਮੁੱਦਾ ਭੜਕਿਆ। ਇਸੇ ਤਰੀਕੇ ਦੇ ਨਾਲ ਹੁਣ ਕਿਧਰੇ ਨਾ ਕਿਧਰੇ ਇੱਥੇ ਹਜੇ ਵੀ ਬਰਾਬਰਤਾ ਆਈ ਨਹੀਂ ਹੈ ਪਿਛਲੇ 70 ਸਾਲਾਂ ਦੇ ਵਿੱਚ।
तो यूनिफॉर्म सिविल कोड लागू करना एक बहुत बड़ी जल्दबाजी नहीं होएगी? देखिए, देखो सुप्रीम कोर्ट ने भी किया कि ये लागू होना चाहिए, पर ਸੁਪਰੀਮ ਕੋਰਟ ਨੇ ਇਹ ਨਹੀਂ ਅਜੇ ਤੱਕ ਕਿਹਾ ਕਿ ਕਿਨ ਚੀਜ਼ਾਂ ਤੇ ਲਾਗੂ ਹੋਣਾ ਚਾਹੀਦਾ। ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਉੱਤਰਾਖੰਡ ਨੇ ਗਵਰਨਮੈਂਟ ਨੇ ਉਹਨਾਂ ਨੇ ਉੱਤਰਾਖੰਡ ਅਸੈਂਬਲੀ ਨੇ ਕਿਹਾ ਕਿ ਅਸੀਂ UGC ਜਿਹੜਾ ਉਹ ਲਾਗੂ ਕਰਾਂਗੇ, ਪਰ ਉੱਤਰਾਖੰਡ ਜਿਹੜੀ ਹੈ ਗਵਰਨਮੈਂਟ ਜਾਂ ਜਿਹੜੀ ਹੈ ਅਸੈਂਬਲੀ ਹੈ ਉਹ ਹੈ ਜਿਹੜੀ ਹੈ ਉਹ ਇੱਕ ਅਦਾਰਾ ਹੈ, ਉਹ ਆਪਣੀ ਬਾਉਂਡਰੀ ਤੋਂ ਬਾਹਰ ਨਹੀਂ ਜਾ ਸਕਦੇ ਹੈ। ਉਹ ਅਗਰ ਕਹਿਣ ਕਿ ਉੱਤਰਾਖੰਡ ਦੇ ਵਿੱਚ ਅਸੀਂ ਲਾਗੂ ਕੀਤਾ ਤਾਂ ਉਹ ਮਹਾਰਾਸ਼ਟਰ 'ਚ ਨਹੀਂ ਚੱਲ ਸਕਦਾ, ਉਹ ਕੇਰਲ 'ਚ ਨਹੀਂ ਚੱਲ ਸਕਦਾ, ਉਹ ਪੰਜਾਬ 'ਚ ਨਹੀਂ ਚੱਲ ਸਕਦਾ, ਉਹ ਜੰਮੂ ਕਸ਼ਮੀਰ 'ਚ ਨਹੀਂ ਚੱਲ ਸਕਦਾ। ਇਸ ਦਾ ਉਸਦਾ ਕੋਈ ਮਾਇਨਾ ਨਹੀਂ ਰੱਖਦਾ। ਇਹ UGC ਜਿਹੜਾ ਸੁਪਰੀਮ ਕੋਰਟ ਨੇ ਆਰਟੀਕਲ ਜਿਹੜਾ 44 ਹੈ ਇਹ ਹੀ ਕਹਿੰਦਾ ਕਿ ਪੂਰੇ ਮੁਲਕ ਦੇ ਵਿੱਚ ਹੋਣਾ ਚਾਹੀਦਾ, ਪਰ ਇਸ ਦੇ ਵਿੱਚ ਇਹ ਹੈ ਕਿ ਜਦ ਤੱਕ ਜਿਹੜੀ ਆਮ ਸਹਿਮਤੀ ਨਹੀਂ ਬਣਦੀ, ठीक है, आम राय नहीं बनती, कोई प्रपोजल नहीं आता, तब तक तो इसका कोई वो नहीं है। पर UCC की लोड़ इन्नी ज़्यादा और इन्नी छेती क्योंकि एक देश एक कानून की गल चल रही है, तो किते ना किते होर भी तो ऐसी कंट्रीज़ हैं जिन्हां दे विच एक कानून नहीं है मगर एक मुठन। देखो जी, जिस तरह की अमेरिका की तुसीं भी गल करो, हाँ जी, यूनाइटेड स्टेट ऑफ अमेरिका जी जी बिल्कुल, उत्थे कम से कम 50 स्टेट्स सन और उन्होंने अपने अपने राइट्स सन, अपने अपने हक सन, अपना अपना ला है, ठीक है। और उसके बाद भी वो एक ऐसा गुलदस्ता है कि जड़ा कि बहुत खूबसूरत गुलदस्ता है। और इसी तरीके नाल इंडिया दे विच भी अलग-अलग स्टेट्स सन, इन्हां दी अलग-अलग भाषा, इन्हां दा अलग-अलग कल्चर है, ठीक है, अलग-अलग कस्टम है, पर इन्हां लोकां नूं भी कॉन्फिडेंस च लैना चाहिए ना कि भाई इतनी जल्दबाजी नहीं करनी चाहिए। किसी भी चीज़ वास्ते तुसीं जल्दबाजी करो तो फिर तुसीं कहो कि भाई असीं ये लागू कर रहे हैं। अगर ये अज दी डेट दे विच अगर 2024 दे विच इलैक्शन, ठीक है, अज तुसीं गौरमेंट नूं भी पता है कि असीं बेरोज़गारी पर गल नहीं कर सकते, अस भुखमरी पर गल नहीं कर सकते, अनएम्पलॉयमेंट पर गल नहीं कर सकते, पर असी इस UGC पे यूनियन सिविल कोड पर गल कर सकते हैं। बिल्कुल ठीक है ना, मतलब बहुत जल्दबाजी जी जी जी। तो ये सारा जड़ा मामला तुसी सुनिया एडवोकेट दविंदर सिंह जी तो किते ना किते ये यूनीफॉर्म सिविल कोड जड़ा लागू करन जा रही है गवर्नमेंट, ਪਹਿਲਾਂ ਇਹਨਾਂ ਦਾ ਕਹਿਣ ਦੇ ਮੁਤਾਬਕ ਪਹਿਲਾਂ ਉਹਨਾਂ ਨੂੰ ਕੋਈ ਨਾ ਕੋਈ ਖਾਕਾ ਦੇਣਾ ਚਾਹੀਦਾ ਹੈ, ਉਸ ਖਾਕੇ ਦੇ ਉੱਪਰ ਫਿਰ ਉਹਨਾਂ ਨੂੰ ਅਲੱਗ-ਅਲੱਗ ਕਮਿਊਨਿਟੀਜ਼ ਦੇ ਕੋਲ ਅਪਰੋਚ ਕਰਨੀ ਚਾਹੀਦੀ ਹੈ ਔਰ ਉਹਨਾਂ ਦੇ ਕੋਲੋਂ ਸੁਜੈਸ਼ਨਸ ਲੈ ਕੇ ਫਿਰ ਇਸ ਨੂੰ ਲਾਗੂ ਕਰਨ ਦੇ ਬਾਰੇ 'ਚ ਸੋਚਣਾ ਚਾਹੀਦਾ ਹੈ ਜਾਂ ਇਸ ਦੇ ਬਿੱਲ ਨੂੰ ਅੱਗੇ ਪਾਉਣਾ ਚਾਹੀਦਾ ਹੈ। ਤੋ ਕਹਿਣ ਦਾ ਭਾਵ ਸਾਰਾ ਇਹ ਕਿ ਭਾਰਤ ਇਹ ਦੇਸ਼ ਜਿਹੜਾ ਹੈ ਇਹ ਇੱਕ ਅਲੱਗ-ਅਲੱਗ ਫੁੱਲਾਂ ਦਾ ਗੁਲਦਸਤਾ ਹੈ। ਤੁਸੀਂ ਇਹ ਨਾ ਕਰੋ ਕਿ ਸਾਰਿਆਂ ਫੁੱਲਾਂ ਦਾ ਅਲੱਗ-ਅਲੱਗ ਫੁੱਲਾਂ ਦੇ ਰੰਗਾਂ ਨੂੰ ਕੱਢ ਕੇ ਕਿਸੇ ਇੱਕੋ ਹੀ ਰੰਗ ਦੇ ਗੁਲਦਸਤੇ ਨੂੰ ਤੁਸੀਂ ਬਣਾ ਕੇ ਉਹਨੂੰ ਗੁਲਦਸਤਾ ਕਹਿ ਦਿਓ। ਇਹ ਬੜਾ ਹੀ ਮੁਸ਼ਕਿਲ ਅਤੇ ਸ਼ਾਇਦ ਨਾਮੁਮਕਿਨ ਵੀ ਹੈ। ਤੋ ਹਰ ਇੱਕ ਕਮਿਊਨਿਟੀ, ਹਰ ਇੱਕ ਧਰਮ, ਹਰ ਇੱਕ ਜਿਹੜੇ ਟ੍ਰੈਡੀਸ਼ਨ ਦੇ ਲੋਕ ਨੇ, ਕੋਈ ਆਦੀਵਾਸੀ ਨੇ, ਕੋਈ ਸ਼ਡਿਊਲ ਟਰਾਈਬਸ ਜਿਹੜੇ ਨੇ, ਸ਼ਡਿਊਲ ਕਾਸਟਸ ਨੇ, ਅਦਰ ਬੈਕਵਰਡ ਕਲਾਸਿਸ ਨੇ, ਮਾਈਨੋਰਿਟੀ ਕਮਿਊਨਿਟੀਜ਼ ਨੇ, ਇਹਨਾਂ ਸਾਰਿਆਂ ਨੂੰ ਪਹਿਲੇ ਤੁਸੀਂ ਆਪਣੇ ਜਿਹੜਾ ਹੈ ਉਹਦੇ ਵਿੱਚ ਲਓ ਤੇ ਇਹਨਾਂ ਦੇ ਕੋਲੋਂ ਸੁਜੈਸ਼ਨਸ ਲੈ ਕੇ ਪਹਿਲਾਂ ਖਾਕਾ ਤਿਆਰ ਕਰੋ, ਫਿਰ ਸੁਜੈਸ਼ਨਸ ਲੈ ਕੇ ਫਿਰ ਉਸ ਨੂੰ ਉਹਦੇ ਵਿੱਚ ਜਿਹੜੀ ਹੈ ਤਬਦੀਲੀਆਂ ਕਰਕੇ ਉਹਦੇ ਮੁਤਾਬਕ ਇਹਨਾਂ ਸਾਰਿਆਂ ਨੂੰ ਆਪਣੀ ਹਾਮੀ ਦੇ ਵਿੱਚ ਲੈ ਕੇ ਫਿਰ ਯੂਨੀਫਾਰਮ ਸਿਵਲ ਕੋਡ ਨੂੰ ਜਿਹੜਾ ਹੈ ਉਹ ਲਾਗੂ ਕਰਨਾ ਚਾਹੀਦਾ ਹੈ, ਜੋ ਜਿਸ ਤਰ੍ਹਾਂ ਕਿ ਦਵਿੰਦਰ ਸਿੰਘ ਜੀ ਐਡਵੋਕੇਟ ਨੇ ਸਾਨੂੰ ਦੱਸਿਆ। ਤੋ ਇਹ ਸੀ ਅੱਜ ਦਾ ਜਿਹੜਾ ਭਖ ਦਾ ਮੁੱਦਾ ਯੂਨੀਫਾਰਮ ਸਿਵਲ ਕੋਡ ਦਾ। ਇਸੇ ਤਰ੍ਹਾਂ ਦੇ ਮੁੱਦਿਆਂ ਨੂੰ ਹੋਰ ਵੀ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਵਾਂਗੇ। ਤਬ ਤੱਕ ਦੇ ਲਈ ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।